तेरी रास। तुम मात पिता हम बारिक तेरे, तुमरी कृपा में सुख कनेरे। कोई न जाने तुमरा अंत, ऊंचे ते ऊंचा भगवंत। सगल समगरी तुमरै सूतर धारी, तुम ते होए सो आज्ञाकारी। तुमरी गात में तो तुम ही जानी, नानक दास सदा कुर्बानी। तुमरी गात में तो तुम ही जानी, नानक दास सदा कुर्बानी। सुखा होटल गुरु सेविय, अहनिस सहज सुभाए। दर्शन परसय गुरु कै, जन्म मरण दुख जा। होवै सिफतक संबंधी, नूर अरसों कुरसों छटिया। तुद डिठे सच्चे पातशाह, मल जन्म जन्म दी कटिया। सजन सचा पातशाह, सिर सांद साहो। जिस पास बैठे सोहिया, सबना दावे साहो। जिस पास बैठे सोहिया, सबना दावे साहो। सतनाम श्री वाहिगुरु साहिब जीओ। सोरठ महला पंजवा। सुख मंगल कल्याण सहज धुन, प्रभ के चरण निहारिया। राखन हारे राख्यो बारिक, सतगुर ताप उतारिया। उबरे सतगुर की शरणाई, जाकी सेवना बिरथी जाई। सुख मंगल कल्याण सहज धुन, प्रभ के चरण निहारिया। वाहिगुरु जी का खालसा, वाहिगुरु जी की फतेह। चवर तख्त संघासन दे मालिक, जुगो जुग अटल साहिब गुरु ग्रंथ साहिब जियां दी पवित्र पावन हजूरी अंदर, अमृत वेले तो सज रहे दीवान अंदर आप संगतां ने बैठ के गुरबाणी दे कीर्तन सरवण कीते। इस वेले आपां लड़ीवार गुरबाणी की कथा विचार सरवण कर रहे हाँ। आओ अपने मन के ध्यान नूं टकाइए, बड़ी भावना नाल सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पातशाह शहीदां दे सरताज गुरु अर्जन देव पातशाह महाराज साहब जी ये पावन पवित्र उपदेश बख्शिश करते हैं। सुख मंगल कल्याण सहज धुन, प्रभ के चरण निहारिया। पातशाह महाराज बख्शिश करते कह लगे जो प्रभु स्वरूप धन गुरु रामदास पातशाह महाराज हैं। परमात्मा का स्वरूप गुरु नानक देव पातशाह महाराज हैं। ऐसे गुरां दे जदों चरणां दे दर्शन किते, ऐसे गुरां दे चरणां दे जदों लड़ लगे
ਤੇ ਮਹਾਰਾਜ ਕਹਿਣ ਲੱਗੇ ਸੁਖ ਅਤੇ ਮੰਗਲ ਜਿਹੜੇ ਨੇ ਉਹ ਪ੍ਰਾਪਤ ਹੋਏ। ਸੁਖਾਂ ਦੀ ਪ੍ਰਾਪਤੀ ਵੀ ਗੁਰੂ ਚਰਨਾਂ ਵਿੱਚੋਂ ਹੋ ਗਈ, ਮੰਗਲ ਜਿਹੜੀਆਂ ਖੁਸ਼ੀਆਂ ਹਨ ਉਹ ਵੀ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੋਈਆਂ। ਪਰ ਕਦੋਂ ਹੋਈਆਂ? ਪ੍ਰਭ ਕੇ ਚਰਨ ਨਿਹਾਰਿਆ, ਜਦੋਂ ਅਸੀਂ ਪਰਮਾਤਮਾ ਰੂਪ ਗੁਰੂ ਦੇ ਚਰਨਾਂ ਦੇ ਦਰਸ਼ਨ ਕੀਤੇ, ਜਦੋਂ ਗੁਰੂ ਚਰਨਾਂ ਦੇ ਨਾਲ ਆ ਕੇ ਜੁੜੇ, ਗੁਰੂ ਚਰਨਾਂ ਨਾਲ ਜੁੜ ਕੇ ਸਾਰਿਆਂ ਤੋਂ ਪਹਿਲਾਂ ਸੁਖ ਪ੍ਰਾਪਤ ਹੋਇਆ। ਇਸ ਲੋਕ ਦਾ ਸੁਖ ਸਾਨੂੰ ਪ੍ਰਾਪਤ ਹੋ ਗਿਆ, ਮੰਗਲ ਕਹੀਏ ਖੁਸ਼ੀਆਂ ਪ੍ਰਾਪਤ ਹੋ ਗਈਆਂ। ਤੀਜੀ ਦਾਤ ਪ੍ਰਾਪਤ ਹੋਈ ਹੈ ਕਲਿਆਣ ਨਾਮ ਮੁਕਤੀ ਦਾ। ਇਹ ਗੁਰੂ ਦੇ ਚਰਨਾਂ ਵਿੱਚੋਂ ਪਦਾਰਥ ਮਿਲ ਜਾਂਦਾ ਹੈ। ਮੁਕਤੀ ਵੀ ਗੁਰੂ ਚਰਨਾਂ ਵਿੱਚੋਂ ਮਿਲ ਗਈ ਹੈ, ਖੁਸ਼ੀਆਂ ਵੀ ਮਿਲ ਗਈਆਂ, ਸੁਖ ਵੀ ਪ੍ਰਾਪਤ ਹੋ ਗਏ ਅਤੇ ਮੁਕਤੀ ਵੀ ਪ੍ਰਾਪਤ ਹੋ ਗਈ। ਪ੍ਰਭ ਕੇ ਚਰਨ ਨਿਹਾਰਿਆ, ਜਦੋਂ ਪ੍ਰਮਾਤਮਾ ਰੂਪ ਗੁਰੂ ਦੇ ਚਰਨਾਂ ਦੇ ਦਰਸ਼ਨ ਕਰ ਲਏ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਹਿਜ ਧੁਨ ਸ਼ਾਂਤੀ ਆਦਿਕ ਬਾਣੀ ਵੀ ਪ੍ਰਾਪਤ ਹੋ ਗਈ। ਮੁਖੋਂ ਜਿਹੜੇ ਬਚਨ ਨਿਕਲਦੇ ਉਹ ਵੀ ਸ਼ਾਂਤੀ ਨੂੰ ਦੇਣ ਵਾਲੇ ਇਸ ਵੇਲੇ ਨਿਕਲਦੇ ਪਏ, ਕਿਉਂਕਿ ਇਹ ਸਾਰੀਆਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਕਿਰਪਾ ਹੋ ਰਹੀਆਂ ਨੇ। ਉਹਨਾਂ ਦੀ ਕਿਰਪਾ ਨਾਲ ਸੁਖ ਵੀ ਮਿਲਿਆ, ਮੰਗਲ ਖੁਸ਼ੀਆਂ ਵੀ ਮਿਲੀਆਂ। ਤੀਜੇ ਨੰਬਰ ਤੇ ਕਹਿੰਦੇ ਮੁਕਤੀ ਮਿਲ ਗਈ ਅਤੇ ਚੌਥੇ ਨੰਬਰ ਤੇ ਸ਼ਾਂਤੀ ਆਦਿਕ ਬਾਣੀ ਦੇ ਗੁਣ ਜਿਹੜੇ ਨੇ ਉਹ ਵੀ ਮੁਖੋਂ ਪ੍ਰਾਪਤ ਹੋ ਗਏ। ਪ੍ਰਭ ਕੇ ਚਰਨ ਨਿਹਾਰਿਆ, ਐਸੇ ਪਰਮਾਤਮਾ ਰੂਪ ਗੁਰੂ ਦੇ ਚਰਨ ਨੇ ਜਿਨ੍ਹਾਂ ਦੇ ਨਾਲ ਲੱਗ ਕੇ ਇਹ ਗੁਣ ਪ੍ਰਾਪਤ ਹੋ ਜਾਂਦੇ, ਇਹ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਰਾਖਣ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ। ਪਾਤਸ਼ਾਹ ਕਹਿੰਦੇ ਸਾਡੇ ਬਾਰਕ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੀ ਹੱਥ ਦੇ ਕੇ ਰੱਖਿਆ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ ਹੈ। ਰਾਖਣ ਹਾਰ ਹੈ ਰਾਖਿਓ ਬਾਰਕ, ਉਸ ਪਰਮੇਸ਼ਰ ਨੇ ਜਿਨੇ ਸਾਨੂੰ ਇਹ ਪੁੱਤਰ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਬਖਸ਼ਿਸ਼ ਕੀਤੇ, ਉਹਨਾਂ ਨੇ ਹੱਥ ਦੇ ਕੇ ਰੱਖਿਆ ਕੀਤੀ ਹੈ। ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਅਵਤਾਰ ਹੋਇਆ, ਬਾਬਾ ਪ੍ਰਿਥੀ ਚੰਦ ਨੂੰ ਪਤਾ ਲੱਗਾ ਕਿ ਮੇਰੇ ਭਰਾ ਦੇ ਘਰੇ ਪੁੱਤਰ ਪ੍ਰਾਪਤ ਹੋ ਗਿਆ। ਬੜਾ ਈਰਖਾ ਦੀ ਅੱਗ ਵਿੱਚ ਸੜਿਆ ਉਸ ਵੇਲੇ, ਕਿਉਂਕਿ ਉਹਦੇ ਮਨ ਵਿੱਚ ਇਹ ਇੱਛਾ ਸੀ ਵੀ ਗੁਰਤਾ ਗੱਦੀ ਮੇਰੇ ਪੁੱਤਰ ਨੂੰ ਮਿਲਣੀ ਹੈ। ਜਦੋਂ ਇਹ ਖਬਰ ਮਿਲੀ ਕਿ ਭਰਾ ਦੇ ਘਰੇ ਵੀ ਪੁੱਤਰ ਹੋਇਆ, ਈਰਖਾ ਦੇ ਵਿੱਚ ਆ ਕੇ ਕਹਿਣ ਲੱਗਾ ਮੈਂ ਇਹਨੂੰ ਸ਼ਰਾਪ ਦਿੰਦਾ ਹਾਂ, ਇਹ ਭਿਆਨਕ ਬਿਮਾਰੀ ਦੇ ਵਿੱਚ ਗ੍ਰਸਿਆ ਜਾਵੇਗਾ ਅਤੇ ਉਸ ਬਿਮਾਰੀ ਕਰਕੇ ਸਰੀਰ ਵੀ ਛੱਡ ਜਾਏਗਾ। ਇਹ ਬਾਬਾ ਪ੍ਰਿਥੀ ਚੰਦ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਦੇ ਪ੍ਰਤੀ ਇਹ ਬਚਨ ਆਖੇ ਸਨ ਵੀ ਇਹ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣਗੇ ਔਰ ਇਹ ਸਰੀਰ ਛੱਡ ਕੇ ਚਲੇ ਜਾਣਗੇ, ਰਹਿਣਗੇ ਨੇ। ਤੇ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਸਰੀਰ ਦੇ ਉੱਪਰ ਚੇਚਕ ਦਾ ਜਿਹੜਾ ਰੋਗ ਸੀ ਨਾ, ਸੀਤਲਾ ਦਾ ਰੋਗ, ਉਹ ਨਿੱਕੇ ਨਿੱਕੇ ਦਾਣੇ ਸਰੀਰ ਦੇ ਉੱਪਰ ਨਿਕਲ ਆਏ। ਬੜੀ ਛੋਟੀ ਉਮਰਾ ਹੈ ਹਾਲੇ, ਸਤਿਗੁਰੂ ਪਾਤਸ਼ਾਹ ਜੀ ਹਾਲੇ ਚੱਲਣ ਵੀ ਨਹੀਂ ਲੱਗੇ। ਸੋ ਉਸ ਵੇਲੇ ਇਹ ਜਿਹੜਾ ਚੇਚਕ ਦੇ ਰੋਗ ਸੀਤਲਾ ਨੇ ਆ ਕੇ ਹਮਲਾ ਕਰ ਦਿੱਤਾ, ਸਰੀਰ ਦੇ ਉੱਪਰ ਨਿੱਕੇ ਨਿੱਕੇ ਦਾਣੇ ਜਿਹੜੇ ਸਨ ਇਸ ਬਿਮਾਰੀ ਦੇ ਨਿਕਲ ਆਏ। ਕਿਤੇ ਵੀ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹ ਦਾਣੇ ਨਾ ਨਿਕਲੇ ਹੋਣ। ਸੋ ਮਾਤਾ ਸਾਹਿਬ ਮਾਤਾ ਗੰਗਾ ਜੀ ਜਦੋਂ ਵੀ ਆਪਣੇ ਪੁੱਤਰ ਨੂੰ ਹੱਥਾਂ ਵਿੱਚ ਲੈਂਦੇ, ਸਾਰਾ ਸਰੀਰ ਜਿਹੜਾ ਸੀ ਉਹ ਪਿਲ ਪਿਲ ਕਰਦਾ ਸੀ। ਸਾਰੇ ਸਰੀਰ ਦੇ ਵਿੱਚੋਂ ਲਾਲ ਮੂੰਹ ਵਾਲੇ ਨਿੱਕੇ ਨਿੱਕੇ ਜ਼ਖਮ ਫਿਣਸੀਆਂ ਬਣ ਗਈਆਂ। ਐਸੀ ਹਾਲਤ ਹੋ ਗਈ ਅਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਮਾਤਾ ਗੰਗਾ ਜੀ ਅਤੇ ਸੰਗਤਾਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਹੁਣ ਜਾਣੀ ਜਾਣ ਮਹਾਰਾਜ ਸਭ ਕੁਝ ਜਾਣਦੇ ਸਨ ਵੀ ਇਹ ਹੋਇਆ ਕੀ ਹੈ। ਬਾਬਾ ਪ੍ਰਿਥੀ ਚੰਦ ਨੇ ਪਹਿਲਾਂ ਆਖਿਆ ਸੀ ਮੇਰਾ ਸ਼ਰਾਪ ਹੈ, ਇਹਨਾਂ ਦੇ ਘਰੇ ਪੁੱਤਰ ਹੀ ਨਹੀਂ ਹੋਣਾ। ਉਹ ਬਾਬਾ ਬੁੱਢਾ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਸੇਵਾ ਤੋਂ ਪ੍ਰਸੰਨ ਹੋ ਕੇ ਵਰ ਦੇ ਕੇ ਮਾਤਾ ਗੰਗਾ ਜੀ ਨੂੰ ਆਖਿਆ ਬੜਾ ਬਲੀ ਪੁੱਤਰ ਹੋਵੇਗਾ। ਤੇ ਫਿਰ ਜਦੋਂ ਪੁੱਤਰ ਦੀ ਪ੍ਰਾਪਤੀ ਹੋਈ ਤੇ ਉਸ ਵੇਲੇ ਫਿਰ ਬਾਬਾ ਪ੍ਰਿਥੀ ਚੰਦ ਦੀ ਘਰਵਾਲੀ ਨੇ ਕਰਮੋਂ ਨੇ ਆਖਿਆ ਵੀ ਤੁਸੀਂ ਤੇ ਆਖਿਆ ਸੀ ਪੁੱਤਰ ਹੋਣਾ ਨਹੀਂ, ਹੁਣ ਕਿਵੇਂ ਹੋ ਗਿਆ ਹੈ। ਤੇ ਪ੍ਰਿਥੀ ਚੰਦ ਕਹਿਣ ਲੱਗਾ ਪੁੱਤਰ ਹੋਣਾ ਤੇ ਨਹੀਂ ਸੀ, ਪਰ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਬੜੇ ਭਾਰੀ ਨੇ, ਉਹ ਰੋਕੇ ਨਹੀਂ ਜਾ ਸਕਦੇ। ਪੁੱਤਰ ਤੇ ਪ੍ਰਾਪਤ ਹੋ ਗਿਆ ਪਰ ਇਹ ਜਿਉਂਦਾ ਨਹੀਂ ਰਹੇਗਾ, ਇਹ ਭਿਆਨਕ ਬਿਮਾਰੀ ਕਰਕੇ ਸਰੀਰ ਛੱਡ ਜਾਵੇਗਾ।
ਤਾਂ ਕਰਕੇ ਉਹ ਮਹਾਰਾਜ ਸਾਹਿਬ ਜੀ ਛੋਟੀ ਉਮਰਾਂ ਦੇ ਵਿੱਚ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਗਏ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੀਤਲਾ ਤੇ ਰੱਖਿਆ ਬਿਹਾਰੀ ਇਹ ਸ਼ਬਦ ਬਖਸ਼ਿਸ਼ ਕਰਕੇ ਆਖਿਆ ਭਾਈ ਇਹਦਾ ਆਰਾਧਨ ਕਰੋ, ਗੁਰੂ ਕਿਰਪਾ ਕਰੇਗਾ। ਫਿਰ ਕੁਝ ਦਿਨਾਂ ਵਿੱਚ ਸਤਿਗੁਰਾਂ ਦਾ ਉਹ ਰੋਗ ਜਿਹੜਾ ਸੀ ਸਰੀਰ ਦਾ ਠੀਕ ਹੋ ਗਿਆ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਰਾਖਣ ਹਾਰ ਹੈ ਰਾਖਿਓ ਬਾਰਕ। ਰੱਖਣ ਵਾਲੇ ਪਰਮਾਤਮਾ ਨੇ ਸਾਡੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਹੱਥ ਦੇ ਕੇ ਰੱਖਿਆ ਹੈ। ਸਤਿਗੁਰ ਤਾਪ ਉਤਾਰਿਆ। ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਪੁੱਤਰ ਦਾ ਤਾਪ ਦੂਰ ਕਰ ਦਿੱਤਾ ਹੈ। ਉਹ ਜਿਹੜਾ ਸੀਤਲਾ ਦੇ ਆਉਣ ਕਰਕੇ, ਚੇਚਕ ਦੇ ਆਉਣ ਕਰਕੇ ਉਹ ਬੁਖਾਰ ਹੋਇਆ, ਦਰਦ ਹੋਇਆ, ਦੁੱਖ ਆਇਆ, ਰੋਗ ਆਇਆ, ਉਹ ਸਾਰਾ ਰੋਗ ਤੇ ਦੁੱਖ ਗੁਰੂ ਰਾਮਦਾਸ ਪਾਤਸ਼ਾਹ ਨੇ ਰਹਿਮਤ ਕਰਕੇ ਦੂਰ ਕੀਤਾ ਹੈ। ਉਬਰੇ ਸਤਿਗੁਰ ਕੀ ਸਰਣਾਈ। ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਪੈਣ ਕਰਕੇ ਭਾਈ ਉਬਰੇ ਅਸੀਂ ਬਚ ਗਏ ਹਾਂ। ਅਤੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਜਦੋਂ ਗੁਰੂ ਦੀ ਸ਼ਰਨ ਵਿੱਚ ਪਾਇਆ, ਸ੍ਰੀ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਿਆ, ਅਰਦਾਸ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਪੈਣ ਕਰਕੇ ਸਾਡੇ ਪੁੱਤਰ ਨੇ ਵੀ ਇਸ ਦੁੱਖ ਤੋਂ, ਰੋਗ ਤੋਂ ਛੁਟਕਾਰਾ ਪਾਇਆ ਹੈ। ਉਬਰੇ ਸਤਿਗੁਰ ਕੀ ਸਰਨਾਈ। ਜਿਹੜੇ ਜਿਹੜੇ ਵੀ ਅੱਗੇ ਗੁਰੂ ਦੀ ਸ਼ਰਨ ਵਿੱਚ ਗੁਰਮੁਖੋ ਪੈਣਗੇ ਨਾ ਉਹ ਛੁੱਟ ਜਾਣਗੇ। ਜਿਹੜੇ ਜਿਹੜੇ ਪਹਿਲਾਂ ਪਏ ਨੇ ਉਹ ਛੁੱਟ ਚੁੱਕੇ ਨੇ, ਜਿਹੜੇ ਅੱਗੇ ਪੈਣਗੇ ਉਹ ਵੀ ਛੁੱਟ ਜਾਣਗੇ। ਐਸੀ ਗੁਰੂ ਦੀ ਸ਼ਰਨ ਹੈ। ਜਾਂ ਕੀ ਸੇਵਨਾ ਬਿਰਤੀ ਜਾਈ। ਗੁਰੂ ਦੀ ਕੀਤੀ ਹੋਈ ਸੇਵਾ ਕਦੇ ਖਾਲੀ ਨਹੀਂ ਜਾਂਦੀ ਹੈ। ਸਾਡੇ ਮਨ ਵਿੱਚ ਕਈ ਵਾਰੀ ਇਹ ਵਿਚਾਰ ਆ ਜਾਂਦਾ ਵੀ ਮੈਂ ਇੰਨਾ ਧਨ ਖਰਚ ਕੇ ਸੇਵਾ ਕੀਤੀ ਜਾਂ ਇੰਨਾ ਸਮਾਂ ਲਾ ਕੇ ਮੈਂ ਸੇਵਾ ਕੀਤੀ, ਮੇਰੀ ਵਿਅਰਥ ਚਲੇ ਗਈ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਗੁਰੂ ਦੀ ਕੀਤੀ ਹੋਈ ਸੇਵਾ ਕਦੇ ਖਾਲੀ ਨਹੀਂ ਜਾਂਦੀ ਹੈ। ਉਹ ਹਮੇਸ਼ਾ ਹੀ ਫਲ ਬਖਸ਼ਿਸ਼ ਕਰਦੀ ਹੈ, ਰਹਿਮਤ ਹੁੰਦੀ ਹੈ। ਰਹਾਉ ਘਰ ਮੈਂ ਸੁਖ ਬਾਰ ਫੁਨ ਸੁਖਾ ਪ੍ਰਭ ਆਪਣੇ ਭੈ ਦਿਆਲਾ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਕਹਿਣ ਲੱਗੇ ਇਸ ਵੇਲੇ ਘਰ ਦੇ ਵਿੱਚ ਵੀ ਸੁਖ ਪ੍ਰਾਪਤ ਹੋਇਆ ਸਾਡੇ ਸਿੱਖਾਂ ਨੂੰ, ਅਤੇ ਬਾਹਰ ਫੁਨ ਸੁਖਾ, ਬਾਹਰ ਵੀ ਸੁਖ ਪ੍ਰਾਪਤ ਹੋ ਰਿਹਾ। ਕਿਵੇਂ? ਕਿਉਂਕਿ ਪ੍ਰਭ ਆਪਣੇ ਭੈ ਦਿਆਲਾ। ਜਿਸ ਵੇਲੇ ਪਰਮਾਤਮਾ ਰੂਪ ਗੁਰੂ ਦਿਆਲੂ ਹੋ ਜਾਵੇ, ਰਹਿਮਤ ਕਰ ਦੇਵੇ, ਫਿਰ ਸਿੱਖ ਨੂੰ ਘਰ ਵਿੱਚੋਂ ਵੀ ਸੁਖ ਹੀ ਪ੍ਰਾਪਤ ਹੁੰਦਾ ਹੈ। ਘਰ ਦੇ ਪਦਾਰਥਾਂ ਵਿੱਚੋਂ ਵੀ ਸੁਖ ਮਿਲਦੇ, ਪਰਿਵਾਰ ਵਿੱਚੋਂ ਵੀ ਸੁਖ ਮਿਲਦਾ ਹੈ। ਅਤੇ ਫਿਰ ਬਾਹਰ ਘਰ ਦੇ ਕੰਮਾਂ ਤੋਂ ਬਾਹਰ ਜਦੋਂ ਜਾਂਦਾ ਹੈ, ਬਾਹਰ ਕੰਮ ਕਰਨ ਵਾਸਤੇ, ਉੱਥੋਂ ਵੀ ਸਿੱਖ ਨੂੰ ਸੁਖ ਪ੍ਰਾਪਤ ਹੁੰਦੇ ਹਨ। ਨਾਨਕ ਬਿਗਨ ਨਾ ਲਾਗਾ ਕੋ ਮੇਰਾ ਪ੍ਰਭ ਹੋਆ ਕਿਰਪਾਲਾ। ਉੱਪਰ ਪਰਮਾਤਮਾ ਕਿਰਪਾਲੂ ਹੋ ਜਾਵੇ, ਗੁਰਮੁਖੋ ਉਹਨਾਂ ਦੇ ਕੰਮਾਂ ਵਿੱਚ ਵਿਘਨ ਨਹੀਂ ਪੈਣ ਦਿੰਦਾ। ਜੇ ਵਿਘਨ ਆ ਵੀ ਜਾਵੇ ਤੇ ਗੁਰੂ ਉਹਨਾਂ ਵਿਘਨਾਂ ਨੂੰ ਦੂਰ ਕਰ ਦਿੰਦਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ। ਸੋ ਗੁਰੂ ਐਸੀ ਰਹਿਮਤ ਕਰਦਾ ਹੈ ਕਿ ਕੰਮਾਂ ਦੇ ਵਿੱਚ ਵਿਘਨ ਨਹੀਂ ਪੈਣ ਦਿੰਦਾ, ਵਿਘਨਾਂ ਨੂੰ ਦੂਰ ਕਰ ਦਿੰਦਾ ਹੈ। ਆਪਾਂ ਇਤਿਹਾਸ ਵਿੱਚ ਬਚਨ ਇਹ ਸਰਵਨ ਕਰਦੇ ਹਾਂ ਕਿ ਗੁਰੂ ਨੇ ਵਿਘਨ ਦੂਰ ਕਿਵੇਂ ਕੀਤੇ ਅਤੇ ਉਹਨਾਂ ਵਿਘਨਾਂ ਨੂੰ ਠੀਕ ਕਿਵੇਂ ਮਹਾਰਾਜ ਜੀਆਂ ਨੇ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਿੱਖ ਭਾਈ ਬੁੱਧੂ ਨੇ ਇੱਟਾਂ ਦਾ ਆਵਾ ਪਾ ਲਿਆ। ਕਿਸੇ ਸਿੱਖ ਨੇ ਬਚਨ ਕੀਤਾ ਇਹ ਆਵਾ ਇੱਟਾਂ ਦਾ ਪੱਕਾ ਨਹੀਂ, ਕੱਚਾ ਹੀ ਰਹੇਗਾ। ਤੇ ਜਦੋਂ ਭਾਈ ਬੁੱਧੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਕਹਿਣ ਲੱਗੇ ਭਾਈ ਬੁੱਧੂ ਤੇਰੇ ਕੰਮਾਂ ਵਿੱਚ ਅਸੀਂ ਵਿਘਨ ਨਹੀਂ ਪੈਣ ਦੇਵਾਂਗੇ, ਸਿੱਖ ਦਾ ਬਚਨ ਵੀ ਰੱਖ ਲਵਾਂਗੇ ਅਤੇ ਤੇਰਾ ਵਿਘਨ ਵੀ ਦੂਰ ਕਰਾਂਗੇ। ਮਹਾਰਾਜ ਇਹ ਦੋ ਕੰਮ ਕਿਵੇਂ ਹੋ ਸਕਦੇ? ਸਤਿਗੁਰੂ ਕਹਿਣ ਲੱਗੇ ਇੱਟਾਂ ਤੇ ਕੱਚੀਆਂ ਹੀ ਰਹਿਣਗੀਆਂ, ਪੱਕੀਆਂ ਨਹੀਂ ਹੁੰਦੀਆਂ, ਪਰ ਮੁੱਲ ਤੈਨੂੰ ਪੱਕੀਆਂ ਦਾ ਹੀ ਮਿਲੇਗਾ, ਤੇਰਾ ਇਹ ਦੁੱਖ ਦੂਰ ਹੋ ਜਾਵੇਗਾ। ਇੱਥੇ ਮਹਾਰਾਜ ਫਰਮਾਉਂਦੇ ਕਹਿਣ ਲੱਗੇ ਨਾਨਕ ਵਿਘਨ ਨਾ ਲਾਗੈ ਕੋ। ਉਹਨਾਂ ਦੇ ਕੰਮ ਵਿੱਚ ਵਿਘਨ ਕਹੀਏ ਰੁਕਾਵਟ ਨਹੀਂ ਪੈਂਦੀ ਕੋਈ, ਜਿਨ੍ਹਾਂ ਦਾ ਪਰਮੇਸ਼ਰ ਰੂਪ ਗੁਰੂ ਰੱਖਿਆ ਕਰਨ ਵਾਲਾ ਬਣ ਜਾਵੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਣ। ਧੰਨ ਗੁਰੂ ਦਸਵੇਂ ਪਾਤਸ਼ਾਹ ਨੇ ਤਾਂ ਹੀ ਸਿੱਖ ਨੂੰ ਹੁਕਮ ਕੀਤਾ ਸਿੱਖਾ ਕਾਰਜ ਕਰਨ ਤੋਂ ਪਹਿਲਾਂ ਅਰਦਾਸ ਕਰਿਆ ਕਰ। ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ, ਮਹਾਰਾਜ ਮੈਂ ਇਹ ਕੰਮ ਕਰਨ ਲੱਗਾ, ਆਪ ਜੀ ਅੰਗ ਸੰਗ ਹੋ ਕੇ ਮੇਰੇ ਤੇ ਸਹਾਈ ਹੋਣਾ। ਇਹ ਅਰਦਾਸ ਕਰ। ਕੋਈ ਵੀ ਕੰਮ ਕਰਨਾ ਨਾ ਆਪਣੀ ਜ਼ਿੰਦਗੀ ਦੇ ਵਿੱਚ, ਉਹਦੇ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕਰ ਜਾਂ ਕਰਵਾ, ਤੇ ਫਿਰ ਗੁਰੂ ਐਸੀ ਰਹਿਮਤ ਕਰਦਾ ਹੈ, ਤੇਰੇ ਕੰਮਾਂ ਵਿੱਚ ਵਿਘਨ ਨਹੀਂ ਪੈਣ ਦਿੰਦੇ ਹਨ। ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਧੂ ਦੀ ਸੰਗਤ ਕਰਨ ਦਾ ਫਲ ਕੀ ਪ੍ਰਾਪਤ ਹੁੰਦਾ। ਬਹੁਤਾਤ ਅਸੀਂ ਇਹ ਸੋਚਦੇ ਹਾਂ ਵੀ ਇਹ ਤੇ ਐਵੇਂ ਅਸੀਂ ਸਮਾਂ ਹੀ ਭੰਡਦੇ ਪਏ, ਸਾਧੂ ਕੋਲ ਜਾਣ ਦਾ ਕੀ ਫਲ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਦੱਸਦੇ ਕਹਿਣ ਲੱਗੇ ਸਾਧੂ ਸੰਗ, ਜਦੋਂ ਕਿਸੇ ਸਾਧੂ ਦਾ ਸੰਗ ਕਰੀਏ, ਸੰਗਤ ਕਰੀਏ, ਭਇਆ ਮਨ ਉਦਮ, ਸਾਧੂ ਦੀ ਸੰਗਤ ਮਨ ਨੂੰ ਉਦਮ ਦਿੰਦੀ ਹੈ, ਉਤਸ਼ਾਹ ਕਰਦੀ ਹੈ। ਇਹ ਜਿਹੜਾ ਸਾਡੇ ਮਨ ਵਿੱਚ ਦਲਿੱਦਰ ਪਿਆ ਹੋਇਆ ਨਾ, ਚਲੋ ਛੱਡੋ ਗੁਰਦੁਆਰੇ ਕੀ ਜਾਣਾ, ਚੱਲ ਰਹਿਣ ਦਿੰਦੇ ਅੱਜ ਪਾਠ ਆਪਾਂ ਕੀ ਕਰਨਾ, ਚਲੋ ਛੱਡ ਦਈਏ ਸੇਵਾ ਅੱਜ ਕੀ ਕਰਨੀ ਹੈ, ਦਲਿੱਦਰ ਹੈ ਨਾ, ਰੋਕ ਲੈਂਦਾ ਸਾਨੂੰ ਸੇਵਾ ਤੋਂ, ਨਿਤਨੇਮ ਕਰਨ ਤੋਂ, ਗੁਰੂ ਘਰ ਜਾਣ ਤੋਂ। ਪਰ ਸੰਗਤ ਇਹੋ ਜਿਹੀ ਹੈ, ਇਥੋਂ ਉਦਮ ਪ੍ਰਾਪਤ ਹੁੰਦਾ ਹੈ। ਉਦਮ ਜਿਹੜਾ ਹੈ ਉਹ ਸਾਨੂੰ ਸੰਗਤ ਵਿੱਚ ਲੈ ਕੇ ਆਉਂਦਾ ਹੈ। ਉਦਮ ਹੀ ਸਾਨੂੰ ਬਾਣੀ ਪੜ੍ਹਨ ਵਾਲੇ ਪਾਸੇ ਜੋੜਦਾ ਹੈ ਔਰ ਉਦਮ ਦੇ ਨਾਲ ਹੀ ਅਸੀਂ ਸੇਵਾ ਕਰ ਸਕਦੇ। ਮਹਾਰਾਜ ਕਹਿਣ ਲੱਗੇ ਸਾਧੂ ਸੰਗ ਭਇਆ, ਜਿਸ ਵੇਲੇ ਸਾਧੂਆਂ ਦਾ ਸੰਗ ਹੋਇਆ, ਭਇਆ ਮਨ ਉਦਮ, ਮਨ ਨੂੰ ਉਦਮ ਪ੍ਰਾਪਤ ਹੋ ਗਿਆ, ਇਹ ਦਲੇਰੀ ਪ੍ਰਾਪਤ ਹੋ ਗਈ, ਹਿੰਮਤ ਪ੍ਰਾਪਤ ਹੋ ਗਈ, ਇਹ ਆਲਸ ਤੇ ਦਲਿੱਦਰ ਦੂਰ ਹੋ ਗਿਆ ਕਿ ਨਹੀਂ ਭਾਈ ਨਾਮ ਜਪਣ ਦਾ ਸਮਾਂ ਤੇ ਮੈਂ ਹੁਣ ਨਾਮ ਹੀ ਜਪਾਂਗਾ, ਹੁਣ ਸੇਵਾ ਕਰਨ ਦਾ ਸਮਾਂ ਮੈਂ ਸੇਵਾ ਹੀ ਕਰਾਂਗਾ। ਇਹ ਉਦਮ ਆ ਗਿਆ ਮਨ ਦੇ ਵਿੱਚ ਤੇ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਗੁਰਮੁਖ ਉਦਮ ਵਾਲੇ ਬਣ ਜਾਂਦੇ ਹਨ। ਨਾਮ ਰਤਨ ਜਸ ਗਾਈ, ਅਤੇ ਫਿਰ ਰਤਨ ਰੂਪੀ ਜਿਹੜਾ ਨਾਮ ਹੈ ਇਹਨੂੰ ਗੁਰਮੁਖ ਗਾਉਂਦੇ ਅਤੇ ਜਸ ਰੂਪੀ ਜਿਹੜੀ ਬਾਣੀ ਹੈ ਉਹਨੂੰ ਗੁਰਮੁਖ ਪੜ੍ਹਦੇ। ਇਹ ਬਾਣੀ ਵੀ ਪ੍ਰਮਾਤਮਾ ਦਾ ਜਸ ਹੀ ਹੈ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪ੍ਰਮਾਤਮਾ ਦਾ ਜਸ ਵਡਿਆਈ ਹੈ। ਇਹ ਫਿਰ ਬਾਣੀ ਗਾਉਣ ਦਾ ਉਦਮ ਪ੍ਰਾਪਤ ਹੋ ਜਾਂਦਾ ਹੈ। ਨਾਮ ਰਤਨ ਦੇ ਵਾਂਗ ਅਮੋਲਕ ਹੈ, ਨਾਮ ਜਪਣ ਦੀ ਇਹ ਹਿੰਮਤ ਪ੍ਰਾਪਤ ਹੋ ਜਾਂਦੀ ਹੈ। ਐਸੀ ਗੁਰੂ ਕੀ ਸੰਗਤ ਵਿੱਚੋਂ ਦਾਤ ਮਿਲਦੀ ਹੈ। ਮਿਟ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਭਾਈ। ਜਿਸ ਵੇਲੇ ਅਨੰਤ ਪ੍ਰਮਾਤਮਾ ਦਾ ਸਿਮਰਨ ਕੀਤਾ, ਸਾਰੀਆਂ ਚਿੰਤਾ ਖਤਮ ਹੋ ਗਈਆਂ। ਹੁਣ ਤੇ ਚਿੰਤਾ ਪਈ ਹੋਈ ਹੈ ਨਾ, ਮੈਂ ਇਹ ਕੰਮ ਕਿਵੇਂ ਕਰਾਂਗਾ, ਆਹ ਕੰਮ ਕਿਵੇਂ ਕਰਾਂਗਾ। ਪਾਤਸ਼ਾਹ ਕਹਿਣ ਲੱਗੇ ਸਿਮਰ ਅਨੰਤਾ, ਅਨੰਤ ਨਾਮ ਬੇਅੰਤ ਪ੍ਰਮਾਤਮਾ ਦਾ, ਬੇਅੰਤ ਪ੍ਰਮਾਤਮਾ ਨੂੰ ਜਿਸ ਵੇਲੇ ਸਿਮਰਿਆ, ਯਾਦ ਕੀਤਾ, ਮਿਟ ਗਈ ਚਿੰਤਾ, ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ, ਮਿਟ ਗਈਆਂ, ਦੂਰ ਹੋ ਗਈਆਂ। ਅਤੇ ਸਾਗਰ ਤਰਿਆ ਭਾਈ, ਇਹ ਜਿਹੜਾ ਸੰਸਾਰ ਸਮੁੰਦਰ ਤਰਨਾ ਬੜਾ ਔਖਾ ਹੈ, ਗੁਰੂ ਕਿਰਪਾ ਨਾਲ ਇਹ ਸੰਸਾਰ ਸਮੁੰਦਰ ਨੂੰ ਤਰਿਆ ਹੈ। ਹਿਰਦੈ ਹਰ ਕੇ ਚਰਨ ਵਸਾਈ, ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨ ਵਸ ਗਏ। ਚਰਨ ਕਿਹੜੇ ਨੇ? ਨਾਮ ਰੂਪੀ ਚਰਨ ਮੇਰੇ ਹਿਰਦੇ ਵਿੱਚ ਵਸ ਗਿਆ, ਨਾਮ ਹਿਰਦੇ ਵਿੱਚ ਵਸ ਗਿਆ। ਜਾਂ ਗੁਰੂ ਦੇ ਜਿਹੜੇ ਪਵਿੱਤਰ ਚਰਨ ਨੇ, ਸ਼ਬਦ ਰੂਪੀ ਚਰਨ ਮੇਰੇ ਹਿਰਦੇ ਵਿੱਚ ਵਸੇ ਹਨ। ਸੁਖ ਪਾਇਆ ਸਹਿਜ ਧੁਨ ਉਪਜੀ, ਰੋਗਾਂ ਕਾਨ ਮਿਟਾਈ। ਜਿਸ ਵੇਲੇ ਗੁਰੂ ਦੇ ਚਰਨ ਪ੍ਰਾਪਤ ਹੋਏ, ਸੁਖ ਪਾਇਆ, ਸੁਖ ਦੀ ਪ੍ਰਾਪਤੀ ਹੋਈ। ਸਹਿਜ ਧੁਨ, ਸ਼ਾਂਤੀ ਤੱਕ ਬਾਣੀ ਪ੍ਰਾਪਤ ਹੋ ਗਈ ਅਤੇ ਰੋਗਾਂ ਦੀ ਕਹਾਣੀ ਜਿਹੜੀ ਹੈ, ਅਗਿਆਨ, ਇਹ ਸਾਰਾ ਮਿਟ ਗਿਆ। ਅਗਿਆਨ ਖਤਮ ਹੋ ਗਿਆ, ਸੁਖ ਦੀ ਪ੍ਰਾਪਤੀ ਹੋ ਗਈ ਅਤੇ ਸਹਿਜ ਧੁਨ, ਸ਼ਾਂਤੀ ਰੂਪੀ ਬਾਣੀ ਪ੍ਰਾਪਤ ਹੋ ਗਈ, ਮਨ ਨੂੰ ਸ਼ਾਂਤ ਕਰਨ ਵਾਲੀ। ਅਤੇ ਸਾਰਿਆਂ ਰੋਗਾਂ ਦਾ ਮੁੱਢ ਕੀ ਹੈ? ਅਗਿਆਨ। ਅਗਿਆਨ ਵੀ ਗੁਰੂ ਕਿਰਪਾ ਨਾਲ ਨਾਸ ਹੋ ਜਾਂਦਾ ਹੈ। ਰਹਾਓ ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਸਤਿਗੁਰੂ, ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਮੈਂ ਉਹਨਾਂ ਗੁਣਾਂ ਦਾ ਵਰਣਨ ਕਰਾਂ। ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਆ ਗੁਣ ਤੇਰੇ ਆਖ ਵਖਾਣਾ, ਮੈਂ ਕਿਹੜੇ ਕਿਹੜੇ ਤੇਰੇ ਗੁਣ ਕਹਿ ਕੇ ਮੁਖੋਂ ਕਥਨ ਕਰਾਂ। ਕੀਮਤ ਕਹਿਣ ਨਾ ਜਾਈ, ਤੇਰੇ ਕਿਸੇ ਵੀ ਗੁਣ ਦੀ ਕੀਮਤ ਕਹੀ ਨਹੀਂ ਜਾ ਸਕਦੀ ਹੈ ਕਿ ਐਸ ਗੁਣ ਦੀ ਆਹ ਕੀਮਤ ਹੈ। ਨਹੀਂ, ਤੇਰੇ ਗੁਣ ਬੇਅੰਤ ਨੇ, ਉਹਨਾਂ ਗੁਣਾਂ ਦਾ ਕੋਈ ਕੀਮਤ ਅੰਤ ਨਹੀਂ ਪਾ ਸਕਦਾ। ਉਹਨਾਂ ਗੁਣਾਂ ਦੀ ਕੀਮਤ ਕਹੀਏ ਕੋਈ ਮੁੱਲ ਨਹੀਂ ਪਾ ਸਕਦਾ ਹੈ, ਮੁੱਲ ਨਹੀਂ ਖਰੀਦਿਆ ਜਾ ਸਕਦਾ। ਐਸੇ ਜਿਹੜੇ ਤੂੰ ਮੇਰੇ ਉੱਪਰ ਗੁਣ ਕੀਤੇ ਨੇ, ਪਰਉਪਕਾਰ ਕੀਤੇ ਨੇ, ਤੇਰੇ ਪਰਉਪਕਾਰਾਂ ਦੀ ਕੋਈ ਕੀਮਤ ਨਹੀਂ ਦੇ ਸਕਦਾ ਹੈ। ਨਾਨਕ ਭਗਤ ਭਏ ਅਵਿਨਾਸ਼ੀ, ਆਪਣਾ ਪ੍ਰਭ ਭਇਆ ਸਹਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਸਹਾਈ ਹੋਇਆ, ਉਹ ਗੁਰਮੁਖ ਅਵਿਨਾਸ਼ੀ ਪ੍ਰਮਾਤਮਾ ਦੇ ਭਗਤ ਬਣ ਗਏ। ਜਿਨ੍ਹਾਂ ਭਗਤਾਂ ਨੇ ਅਵਿਨਾਸ਼ੀ ਪ੍ਰਮਾਤਮਾ ਦੇ ਨਾਮ ਨੂੰ ਜਪਿਆ, ਪ੍ਰਮਾਤਮਾ ਕਦੇ ਨਾਸ ਨਹੀਂ ਹੁੰਦਾ ਜਿਨ੍ਹਾਂ ਨੇ ਉਸ ਦੇ ਨਾਮ ਨੂੰ ਜਪਿਆ। ਤੇ ਮਹਾਰਾਜ ਕਹਿਣ ਲੱਗੇ ਆਪਣਾ ਪ੍ਰਭ ਭਇਆ ਸਹਾਈ। ਫਿਰ ਇਹ ਪਰਮੇਸ਼ਰ ਉਹਨਾਂ ਗੁਰਮੁਖਾਂ ਦਾ ਸਹਾਈ ਹੋ ਜਾਂਦਾ, ਉਹਨਾਂ ਦੇ ਉੱਪਰ ਐਸੀ ਬਖਸ਼ਿਸ਼ ਹੁੰਦੀ ਹੈ। ਸੋਠ ਮਹੱਲਾ ਪੰਜਵਾਂ, ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਧਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਨਾ,
ਕਿਰਪਾ ਬਖਸ਼ਿਸ਼ ਕਰਦਾ। ਗਏ ਕਲੇਸ਼, ਇਹ ਜ਼ਿੰਦਗੀ ਦੇ ਸਾਰੇ ਕਲੇਸ਼ ਖਤਮ ਹੋ ਜਾਂਦੇ, ਇਹ ਝਮੇਲੇ ਖਤਮ ਹੋ ਜਾਂਦੇ, ਝਗੜੇ ਖਤਮ ਹੋ ਜਾਂਦੇ। ਇਹ ਜਿਹੜੇ ਮੋਹ ਤੇ ਦਵੈਸ਼, ਇਹ ਜਿਹੜੇ ਕਲੇਸ਼ ਪਏ ਹੋਏ ਨੇ, ਮੋਹ ਪਿਆ ਹੋਇਆ, ਮੋਹ ਰੂਪੀ ਕਲੇਸ਼ ਵੀ ਖਤਮ ਹੋ ਜਾਂਦਾ। ਦਵੈਸ਼ ਕਹੀਏ ਈਰਖਾ, ਈਰਖਾ ਰੂਪੀ ਕਲੇਸ਼ ਵੀ ਖਤਮ ਹੋ ਜਾਂਦਾ ਹੈ। ਇਹ ਰਾਗ ਤੇ ਮੋਹ ਖਤਮ ਹੋ ਜਾਂਦੇ। ਰਾਗ ਈਰਖਾ ਤੇ ਮੋਹ ਜਿਹੜਾ ਅਸੀਂ ਪਰਿਵਾਰ ਸੰਬੰਧੀਆਂ ਨਾਲ ਕਰਦੇ, ਇਹ ਖਤਮ ਹੋ ਜਾਂਦਾ ਹੈ। ਗਏ ਕਲੇਸ਼, ਈਰਖਾ ਖਤਮ ਹੋ ਗਈ, ਮੋਹ ਖਤਮ ਹੋ ਗਿਆ। ਰੋਗ ਸਭ ਨਾਸੇ, ਜਿੰਨੇ ਸਰੀਰ ਨੂੰ ਰੋਗ ਲੱਗੇ ਨੇ ਉਹ ਵੀ ਸਾਰੇ ਨਸ ਜਾਂਦੇ, ਦੂਰ ਹੋ ਜਾਂਦੇ, ਭੱਜ ਜਾਂਦੇ। ਜਿੰਨੇ ਰੋਗ ਮਨ ਨੂੰ ਲੱਗੇ ਨੇ, ਮਨ ਦੇ ਰੋਗ ਵੀ ਸਾਰੇ ਮਿਟ ਜਾਂਦੇ। ਮਨ ਨੂੰ ਸਭ ਤੋਂ ਵੱਡਾ ਰੋਗ ਚਿੰਤਾ ਦਾ ਲੱਗਾ ਹੋਇਆ ਹੈ, ਇਹ ਚਿੰਤਾ ਰੂਪੀ ਰੋਗ ਵੀ ਭੱਜ ਜਾਂਦਾ ਹੈ। ਸਰੀਰ ਨੂੰ ਜੇ ਕੋਈ ਰੋਗ ਬਿਮਾਰੀ ਲੱਗੀ ਉਹ ਵੀ ਦੌੜ ਜਾਂਦੀ ਹੈ। ਪ੍ਰਭ ਆਪਣੇ ਕਿਰਪਾ ਧਾਰੀ, ਇਹ ਜਿਸ ਵੇਲੇ ਪ੍ਰਮਾਤਮਾ ਸਰੂਪ ਗੁਰੂ ਕਿਰਪਾ ਕਰਦਾ ਹੈ ਤੇ ਗੁਰੂ ਕਾ ਸਿੱਖ ਫਿਰ ਸ਼ਬਦ ਦੀ ਕਮਾਈ ਕਰਦਾ ਹੈ, ਇਹ ਦਾਤਾਂ ਉਸ ਵੇਲੇ ਪ੍ਰਾਪਤ ਹੁੰਦੀਆਂ ਹਨ। ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ। ਅੱਠ ਪਹਿਰ ਉਹ ਗੁਰਮੁਖ ਜਿਹੜੇ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ। 3 ਘੰਟਿਆਂ ਦਾ ਇੱਕ ਪਹਿਰ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਹੈ। 3 ਘੰਟੇ ਬਤੀਤ ਹੋ ਜਾਣ ਤੇ ਇੱਕ ਪਹਿਰ ਨਿਕਲ ਜਾਂਦਾ ਹੈ। 8 ਪਹਿਰਾਂ ਦੇ 24 ਘੰਟੇ ਬਣ ਜਾਂਦੇ। 8 ਪਹਿਰ ਜਿਨ੍ਹਾਂ ਨੇ 24 ਘੰਟੇ ਉਸ ਪ੍ਰਮਾਤਮਾ ਨੂੰ ਅਰਾਧਿਆ ਹੈ, ਜਪਿਆ ਹੈ, ਪੂਰਨ ਕਾਲ ਹਮਾਰੀ, ਉਹਨਾਂ ਦੀ ਕੀਤੀ ਹੋਈ ਕਾਲ ਕਮਾਈ ਜਿਹੜੀ ਉਹ ਪੂਰਨ ਹੋ ਗਈ, ਉਹ ਸਫਲੀ ਹੋ ਗਈ। ਉਹਨਾਂ ਦਾ 1 ਮਿੰਟ ਵੀ ਵਿਅਰਥ ਨਹੀਂ ਗਿਆ, ਨਿਸਫਲ ਨਹੀਂ ਗਿਆ ਹੈ। ਉਹਨਾਂ ਨੇ ਐਸੀ ਉਮਰਾਂ ਵਿੱਚ ਆ ਕੇ ਕਮਾਈ ਕੀਤੀ ਹੈ। ਸਾਸ ਸਾਸ ਸਿਮਰੋ ਗੋਬਿੰਦ, ਹਰੇਕ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਸਿਮਰ ਕੇ ਉਹਨਾਂ ਨੇ ਆਪਣੀ ਕਮਾਈ ਨੂੰ ਸਫਲਾ ਕੀਤਾ ਹੈ। ਐਸੇ ਉਹ ਗੁਰਮੁਖ ਹੋਏ ਹਨ। ਹਰ ਜੀਓ ਤੂੰ ਸੁਖ ਸੰਪਤ ਰਾਸ। ਹਰ ਜੀਓ ਪ੍ਰਮਾਤਮਾ ਜੀ, ਤੁਸੀਂ ਸੁੱਖਾਂ ਦੀ ਸੰਪਤੀ ਦੇਣ ਵਾਲੇ ਹੋ। ਸੰਪਤੀ ਕਹੀਏ ਦੌਲਤ, ਸੁਖ ਰੂਪੀ ਦੌਲਤ ਆਪ ਜੀ ਦੇਣ ਵਾਲੇ ਹੋ। ਅਤੇ ਇਸੇ ਤਰ੍ਹਾਂ ਰਾਸ ਕਹੀਏ ਪੂੰਜੀ, ਸੋ ਇਹ ਸੁਖ ਰੂਪੀ ਰਾਸ ਕਹੀਏ ਪੂੰਜੀ ਆਪ ਜੀ ਦੇਣ ਵਾਲੇ। ਐਸੇ ਆਪ ਜੀ ਸਮਰੱਥ ਹੋ, ਸੁੱਖਾਂ ਦੀ ਰਾਸ ਤੁਹਾਡੇ ਕੋਲੋਂ ਪ੍ਰਾਪਤ ਹੁੰਦੀ ਹੈ। ਇਹ ਸੁਖ ਆਪ ਜੀ ਦੇਣ ਵਾਲੇ, ਐਸੀ ਆਪ ਜੀ ਦੀ ਮਿਹਰ ਹੈ। ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਆਪ ਜੀ ਦੇ ਅੱਗੇ ਅਰਦਾਸ ਇਹ ਹੈ, ਰਾਖ ਲਿਓ ਭਾਈ ਮੇਰੇ ਕੋ। ਭਾਈ ਨਾਮ ਪ੍ਰੇਮੀਆਂ ਦਾ ਹੈ, ਜਿਹੜੇ ਸਾਡੇ ਪ੍ਰੇਮੀ ਬਣੇ ਨੇ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਪ੍ਰੇਮੀ ਬਣੇ ਨੇ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਆ ਗਿਆ, ਉਹਨਾਂ ਨੂੰ ਇਸ ਸੰਸਾਰ ਵਿੱਚ ਆਪ ਜੀ ਮਿਹਰ ਦਾ ਹੱਥ ਦੇ ਕੇ ਰੱਖ ਲਵੋ, ਪਰਲੋਕ ਦੇ ਵਿੱਚ ਜਮਾਂ ਦੀ ਮਾਰ ਤੋਂ ਰੱਖ ਲਵੋ। ਜਿਹੜੇ ਪ੍ਰੇਮੀ ਬਣੇ ਨੇ, ਜਿਹੜੇ ਗੁਰੂ ਦੇ ਸ਼ਰਧਾਲੂ ਬਣੇ ਨੇ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ, ਪ੍ਰੇਮ ਕੀਤਾ, ਉਹਨਾਂ ਨੂੰ ਆਪ ਜੀ ਕਿਰਪਾ ਕਰਕੇ ਰੱਖ ਲਿਓ। ਰਾਖ ਲਿਓ ਭਾਈ ਮੇਰੇ ਕੋ। ਸੋ ਮੇਰੇ ਭਾਈ ਜਿਹੜੇ ਪ੍ਰੇਮੀ ਹਨ, ਉਹਨਾਂ ਨੂੰ ਆਪ ਜੀ ਕਿਰਪਾ ਕਰਕੇ ਰੱਖ ਲਵੋ। ਇਹ ਮੇਰੇ ਵੱਲੋਂ ਅਰਦਾਸ ਬੇਨਤੀ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਪਾਤਸ਼ਾਹ ਫਰਮਾਉਂਦੇ, ਭਾਈ ਇਹ ਗੱਲ ਮੈਨੂੰ ਭਾਈ ਹੈ ਚੰਗੀ ਲੱਗੀ ਹੈ। ਕਿਹੜੀ ਗੱਲ ਚੰਗੀ ਲੱਗੀ ਹੈ ਸਾਡੇ ਮਨ ਨੂੰ? ਵੀ ਆਪ ਜੀ ਰਾਖ ਲਿਓ, ਰੱਖਣ ਦੀ ਸਮਰੱਥਾ ਰੱਖਦੇ ਹੋ, ਅਤੇ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਸਾਨੂੰ ਆਪ ਜੀ ਰੱਖ ਲਵੋ। ਇਹ ਗੱਲ ਭਾਈ ਮੇਰੇ ਕੋ, ਭਾਈ ਤੋਂ ਭਾਵ ਚੰਗੀ ਲੱਗੀ ਹੈ, ਗੱਲ ਭਾ ਗਈ ਹੈ ਮੈਨੂੰ ਕਿ ਆਪ ਜੀ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਸਮਰੱਥ ਹੋ। ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ, ਰਾਖ ਲਿਓ, ਇਹ ਆਪ ਜੀ ਕਿਰਪਾ ਕਰਕੇ ਸਾਨੂੰ ਰੱਖ ਲਓ। ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਇਹ ਗੱਲ ਬੜੀ ਚੰਗੀ ਹੈ। ਇਹੋ ਸਾਡੀ ਅਰਦਾਸ ਹੈ। ਆਪ ਜੀ ਇਸ ਅਰਦਾਸ ਨੂੰ ਮਨਜ਼ੂਰ ਕਰਨਾ ਕਰੋ। ਫਿਰ ਬਖਸ਼ਿਸ਼ ਕਰਦੇ ਹਨ। ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਸਤਿਗੁਰੂ ਬਖਸ਼ਿਸ਼ ਕਰਦੇ, ਰੱਖ ਲੈਣਾ ਕਰੋ। ਕਿਹਨਾਂ ਨੂੰ ਰੱਖ ਲੈਣਾ ਕਰੋ? ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਓ, ਜਿਹੜੇ ਭਾਵਨਾ ਵਾਲੇ ਨੇ, ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ, ਇਹਨਾਂ ਨੂੰ ਆਪ ਜੀ ਕਿਰਪਾ ਕਰਕੇ ਰੱਖ ਲਓ। ਇਹ ਮੇਰੇ ਮਨ ਦੀ ਅਰਦਾਸ ਹੈ, ਇਹ ਸਾਡੀ ਦਿਲੋਂ ਅਰਦਾਸ ਹੈ ਆਪ ਜੀਆਂ ਦੇ ਚਰਨਾਂ ਦੇ ਵਿੱਚ ਕਿ ਇਹ ਭਾਵਨਾ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਿਨ੍ਹਾਂ ਦੀ ਇਸ ਵੇਲੇ ਸਰੀਰਕ ਉਮਰਾਂ ਬੜੀ ਛੋਟੀ ਹੈ, ਕਦੇ ਪ੍ਰਿਥੀ ਚੰਦ ਇਹਨਾਂ ਦੇ ਵਾਸਤੇ ਸੱਪ ਲੈ ਕੇ ਆ ਜਾਂਦਾ। ਆਪਾਂ ਇਤਿਹਾਸ ਵਿੱਚ ਬਚਨ ਪੜ੍ਹਿਆ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਹਾਲੇ ਰਿੜਨ ਲੱਗੇ ਸਨ, ਤੁਰਨਾ ਵੀ ਨਹੀਂ ਸੀ ਆਉਂਦਾ,
ਤੇ ਸਕੇ ਤਾਏ ਨੇ ਇੱਕ ਜ਼ਹਿਰੀਲਾ ਸੱਪ ਲਿਆ ਕੇ ਜੋਗੀ ਨੂੰ ਕਹਿ ਕੇ, ਸਪੇਰੇ ਨੂੰ ਕਹਿ ਕੇ ਜ਼ਹਿਰੀਲਾ ਸੱਪ ਲਿਆ ਕੇ ਵਿਹੜੇ ਵਿੱਚ ਛੱਡ ਦਿੱਤਾ ਵੀ ਇਹ ਬੱਚਾ ਸੱਪ ਵੱਲੇ ਜਾਏਗਾ, ਸੱਪ ਡੰਗ ਮਾਰੇਗਾ ਤੇ ਇਹ ਮਰ ਜਾਵੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਉਸ ਜ਼ਹਿਰੀਲੇ ਨਾਗ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਤੇ ਉਹਦੀ ਸਰੀ ਨੂੰ ਫੇਹ ਕੇ ਉਹਨੂੰ ਮਾਰ ਦਿੱਤਾ। ਤੇ ਕਦੇ ਉਹ ਬ੍ਰਾਹਮਣ ਨੂੰ ਲੈ ਕੇ ਆਉਂਦਾ ਹੈ ਕਿ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਤੇ ਇਸ ਬੱਚੇ ਨੂੰ ਖਿਲਾ ਦੇ। ਮਹਾਰਾਜ ਸਾਹਿਬ ਜੀਆਂ ਨੇ ਉਸ ਬ੍ਰਾਹਮਣ ਨੂੰ ਵੀ ਇਹ ਜਿਹੜਾ ਪਾਪ ਕਰਨ ਲੱਗਾ ਸੀ ਉਹ ਦੁਨੀਆ ਦੇ ਸਾਹਮਣੇ ਲੈ ਆਂਦਾ। ਤੇ ਕਦੇ ਪ੍ਰਿਥੀ ਚੰਦ ਕੀ ਕਰਦਾ ਕਿ ਕਿਸੇ ਦਾਈ ਨੂੰ ਲੈ ਆਉਂਦਾ, ਤੂੰ ਜ਼ਹਿਰ ਲਾ ਕੇ ਆਪਣੇ ਸਰੀਰ ਦੇ ਅੰਗਾਂ ਦੇ ਨਾਲ ਤੇ ਇਸ ਬੱਚੇ ਨੂੰ ਮਾਰ ਦੇਣਾ ਕਰ। ਇਸ ਤਰ੍ਹਾਂ ਦੇ ਬੜੇ ਯਤਨ ਕੀਤੇ। ਸਕੇ ਤਾਏ ਨੇ ਆਪਣੇ ਭਤੀਜੇ ਨੂੰ ਮਾਰਨ ਵਾਸਤੇ, ਆਪਣੇ ਭਰਾ ਦੇ ਪੁੱਤਰ ਨੂੰ ਮਾਰਨ ਵਾਸਤੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਸਤਿਗੁਰੂ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਇਹ ਜਿਹੜੇ ਭਾਵਨਾ ਵਾਲੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਇਹਨਾਂ ਦੀ ਹਰ ਤਰ੍ਹਾਂ ਕਰਕੇ ਆਪ ਜੀ ਰੱਖਿਆ ਕਰੋ। ਭਾਵੇਂ ਕਿ ਸਾਰੀ ਦੁਨੀਆ ਇਹਨਾਂ ਦੀ ਵੈਰੀ ਬਣੀ ਹੋਈ ਹੈ, ਘਰ ਦੇ ਮੈਂਬਰ ਇਹਨਾਂ ਦੇ ਵੈਰੀ ਬਣੇ ਹੋਏ ਨੇ। ਕਦੇ ਸੱਪ ਲੈ ਕੇ ਆਉਂਦੇ, ਕਦੇ ਦਹੀਂ ਵਿੱਚ ਜ਼ਹਿਰ ਪਾਉਂਦੇ, ਕਦੇ ਦਾਈ ਨੂੰ ਲੈ ਕੇ ਆਉਂਦੇ ਨੇ। ਇਹ ਸਾਰੇ ਮਾਰਨਾ ਹੀ ਚਾਹੁੰਦੇ ਨੇ। ਆਪ ਜੀ ਕਿਰਪਾ ਕਰਕੇ ਇਸ ਭਾਵਨਾ ਵਾਲੇ ਬੱਚੇ ਨੂੰ ਹੱਥ ਦੇ ਕੇ ਰੱਖ ਲਵੋ। ਇਹ ਸਾਡੀ ਚਰਨਾਂ ਵਿੱਚ ਤੁਹਾਡਿਆਂ ਦੇ ਅਰਦਾਸ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਵੀ ਸਾਡੇ ਉੱਪਰ ਬਖਸ਼ਿਸ਼ ਕਰਦੇ ਫਿਰ ਫਰਮਾਉਂਦੇ ਹਨ, ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਮਹਾਰਾਜ ਫਰਮਾਉਂਦੇ, ਐ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਡੀ ਅਰਦਾਸ ਹੈ, ਸਾਨੂੰ ਸਾਡੇ ਭਰਾ ਤੋਂ ਰੱਖ ਲੈਣਾ ਕਰੋ। ਸਾਡਾ ਜੋ ਭਰਾ ਹੈ ਨਾ ਪ੍ਰਿਥੀ ਚੰਦ ਭਾਈ ਵੱਡਾ, ਜਿਹੜਾ ਸਾਡੇ ਨਾਲ ਬੜਾ ਵੈਰ ਕਰਦਾ ਹੈ, ਕਦੇ ਸਾਡੇ ਪੁੱਤਰ ਨੂੰ ਮਾਰਨ ਦਾ ਯਤਨ ਕਰਦਾ ਹੈ, ਕਦੇ ਇਹ ਸੁਲਹੀ ਖਾਨ ਨੂੰ ਲੈ ਕੇ ਆਉਂਦਾ ਹੈ, ਕਦੇ ਸਲੱਬੀ ਖਾਨ ਨੂੰ ਲੈ ਕੇ ਆਉਂਦਾ ਹੈ। ਇਸੇ ਤਰ੍ਹਾਂ ਕਦੇ ਚੰਦੂ ਦੀਵਾਨ ਦੇ ਨਾਲ ਜਾ ਕੇ ਮੁਲਾਕਾਤਾਂ ਕਰਦਾ ਹੈ, ਕਦੇ ਜਹਾਂਗੀਰ ਬਾਦਸ਼ਾਹ ਦੇ ਨਾਲ ਉਸ ਦੀਆਂ ਮੀਟਿੰਗਾਂ ਹੁੰਦੀਆਂ। ਹਰੇਕ ਤਰ੍ਹਾਂ ਕਰਕੇ ਉਪਦਰਵ ਕਰਦਾ ਪਿਆ, ਝਗੜਾ ਕਰਦਾ ਪਿਆ। ਐਸੇ ਭਰਾ ਦੇ ਕੋਲੋਂ ਆਪ ਜੀ ਕਿਰਪਾ ਕਰਕੇ ਸਾਨੂੰ ਰੱਖ ਲਓ। ਰਾਖ ਲਿਹੋ ਭਾਈ ਮੇਰੇ ਕੋ, ਇਹ ਜਿਹੜਾ ਮੇਰਾ ਭਾਈ ਭਰਾ ਹੈ ਪ੍ਰਿਥੀ ਚੰਦ, ਇਹਦੇ ਵੱਲੋਂ ਕਿਰਪਾ ਕਰਕੇ ਆਪ ਜੀ ਸਾਨੂੰ ਰੱਖ ਲਓ, ਸਾਨੂੰ ਬਚਾ ਲੈਣਾ ਕਰੋ। ਤੇ ਇਹ ਪ੍ਰਭ ਆਗੇ ਅਰਦਾਸ, ਇਹ ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਇਹ ਸਾਡੇ ਤੇ ਮਿਹਰ ਕਰਨੀ ਕਰੋ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਦੇ ਪਾਤਸ਼ਾਹ ਫਰਮਾਉਂਦੇ, ਸਾਨੂੰ ਆਪਣੇ ਖਸਮ ਮਾਲਕ ਦੇ ਉੱਪਰ ਭਰੋਸਾ ਹੈ ਕਿ ਜੋ ਵੀ ਅਸੀਂ ਮੰਗਦੇ ਹਾਂ ਉਹ ਸਾਰਾ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ। ਸਾਡੀ ਇੰਨੀ ਭਾਵਨਾ ਹੈ, ਇੰਨਾ ਭਰੋਸਾ ਹੈ ਕਿ ਜਿਹੜਾ ਪਦਾਰਥ ਮੈਂ ਆਪਣੇ ਗੁਰੂ ਦੇ ਕੋਲੋਂ ਮੰਗਾਂਗਾ, ਇਹੋ ਜਿਹਾ ਕੋਈ ਅਦੇ ਪਦਾਰਥ ਨਹੀਂ ਹੈ ਜਿਹੜਾ ਗੁਰੂ ਦੇ ਨਹੀਂ ਸਕੇਗਾ। ਦੁਨੀਆ ਦੇ ਲੋਕਾਂ ਕੋਲੋਂ ਤੇ ਹੋ ਸਕਦਾ ਵੀ ਉਹ ਵਸਤੂ ਨਾ ਮਿਲੇ, ਪਰ ਗੁਰੂ ਇੱਕ ਇਹੋ ਜਿਹਾ ਜਿਹੜਾ ਸਾਰੇ ਪਦਾਰਥਾਂ ਨੂੰ ਦੇ ਸਕਦਾ ਹੈ। ਗੁਰਮੁਖੋ ਜਦੋਂ ਬਾਬਾ ਪ੍ਰਿਥੀ ਚੰਦ ਜੀ ਗਏ ਨਾ ਜਹਾਂਗੀਰ ਦੇ ਕੋਲ ਕਿ ਮੈਨੂੰ ਗੁਰਤਾ ਗੱਦੀ ਦਿਵਾਓ, ਤੇ ਉਸ ਵੇਲੇ ਜਹਾਂਗੀਰ ਨੇ ਆਖਿਆ ਸੀ ਵੀ ਗੁਰਤਾ ਗੱਦੀ ਨਹੀਂ ਮੈਂ ਦਵਾ ਸਕਦਾ। 14,500 ਵਿਗਾ ਜ਼ਮੀਨ ਦਾ ਪਟਾ ਹੀ ਲਿਖ ਦਿੱਤਾ ਵੀ ਲੈ ਜ਼ਮੀਨ ਲੈ ਲਾ ਤੂੰ ਇੰਨੀ ਮੇਰੇ ਕੋਲੋਂ, ਪਰ ਤੂੰ ਆਪਣੇ ਭਰਾ ਦੇ ਉੱਪਰ ਹੁਣ ਹੱਕ ਨਹੀਂ ਰੱਖ ਸਕਦਾ ਗੁਰਤਾ ਗੱਦੀ ਦਾ। ਇਹ ਤੁਹਾਡਾ ਝਗੜਾ ਖਤਮ ਹੋ ਗਿਆ ਅੱਜ ਤੋਂ ਬਾਅਦ। ਸੋ ਪ੍ਰਿਥੀ ਚੰਦ ਗਿਆ ਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਕੋਲ ਵੀ ਮੈਨੂੰ ਆਹ ਵਸਤੂ ਮਿਲੇ, ਪਰ ਹਿੰਦੁਸਤਾਨ ਦਾ ਬਾਦਸ਼ਾਹ ਵੀ ਉਹਦੇ ਮਨ ਦੀ ਇੱਛਾ ਪੂਰੀ ਨਹੀਂ ਕਰ ਸਕਿਆ। ਉਹ ਜ਼ਮੀਨ ਦਾ ਟੁਕੜਾ ਪਟਾ ਲਿਖ ਕੇ ਦੇ ਕੇ ਤੇ ਆਪਣਾ ਖਹਿੜਾ ਛਡਵਾ ਲਿਆ। ਪਰ ਮਹਾਰਾਜ ਕਹਿਣ ਲੱਗੇ, ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਉੱਪਰ ਪੂਰਾ ਪੂਰਾ ਭਰੋਸਾ ਹੈ ਕਿ ਜੋ ਮੰਗੋ ਸੋਈ ਪਾਵੋ। ਜੋ ਮੈਂ ਮੰਗਾਂਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਆਪ ਹੀ ਉਹ ਦੇ ਦੇਣਗੇ। ਹਿੰਦੁਸਤਾਨ ਦਾ ਬਾਦਸ਼ਾਹ ਮਨ ਦੀ ਇੱਛਾ ਨਹੀਂ ਪੂਰੀ ਕਰ ਸਕਿਆ ਸਾਡੇ ਵੱਡੇ ਭਾਈ ਦੀ, ਪਰ ਗੁਰੂ ਰਾਮਦਾਸ ਪਾਤਸ਼ਾਹ ਐਸੇ ਸਮਰੱਥ ਗੁਰੂ ਨੇ, ਉਹ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ। ਆਪਣੇ ਖਸਮ ਭਰੋਸਾ, ਐਸੇ ਗੁਰੂ ਦੇ ਉੱਪਰ ਸਾਨੂੰ ਭਰੋਸਾ ਹੈ ਵੀ ਐਸਾ ਗੁਰੂ ਬਖਸ਼ਿਸ਼ ਕਰਨ ਵਾਲਾ ਹੈ। ਕੋ ਨਾਨਕ ਗੁਰਪੂਰਾ ਭੇਟਿਓ, ਮਿਟਿਓ ਸਗਲ ਅੰਦੇਸਾ। ਪੂਰਾ ਗੁਰੂ ਭੇਟਿਓ ਕਹੀਏ ਗੁਰਮੁਖੋਂ ਮਿਲਿਆ ਹੈ। ਭੇਟਿਓ ਦਾ ਅਰਥ ਇੱਥੇ ਮਿਲਿਆ ਲੱਗੇਗਾ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਹੈ, ਮਿਟਿਓ ਸਗਲ ਕਲੇਸ਼ਾ, ਉਹਨਾਂ ਦੇ ਸਾਰੇ ਕਲੇਸ਼ ਖਤਮ ਹੋ ਗਏ। ਮਿਟਿਓ ਸਗਲ ਅੰਦੇਸਾ, ਅੰਦੇਸਾ ਤੋਂ ਭਾਵ ਸੰਸਾ,
ਸੰਸ਼ੇ ਖਤਮ ਹੋ ਗਿਆ, ਭਰਮ ਖਤਮ ਹੋ ਗਿਆ। ਪੂਰੇ ਗੁਰੂ ਨੂੰ ਮਿਲਣ ਦਾ ਇਹ ਕਾਰਨ ਹੈ। ਜਿਹੜੇ ਸਾਡੇ ਮਨ ਵਿੱਚ ਭਰਮ ਪਏ ਹੋਏ ਨਾ, ਸੰਸ਼ੇ ਪਏ ਹੋਏ, ਇਹਨਾਂ ਭਰਮਾਂ ਦੇ ਵਿੱਚ ਅਸੀਂ ਪਏ ਹੋਏ ਡਰਦੇ ਰਹਿੰਦੇ ਹਰ ਵੇਲੇ ਕਿ ਆਹ ਅਪਸ਼ਗਨ ਹੋ ਗਿਆ ਤੇ ਆਹ ਨੁਕਸਾਨ ਹੋਵੇਗਾ, ਜਾਂ ਇਹ ਅਪਸ਼ਗਨ ਹੋ ਗਿਆ ਤੇ ਇਹ ਨੁਕਸਾਨ ਹੋਵੇਗਾ। ਮਹਾਰਾਜ ਕਹਿੰਦੇ ਨਹੀਂ ਭਾਈ, ਮਿਟਿਓ ਸਗਲ ਅੰਦੇਸਾ। ਸਾਰੇ ਅੰਦੇਸੇ ਸ਼ੰਕੇ ਭਰਮ ਗੁਰੂ ਖਤਮ ਕਰ ਦਿੰਦਾ ਹੈ, ਪਰ ਉਹਨਾਂ ਦੇ ਖਤਮ ਹੋਏ ਜਿਹੜੇ ਪੂਰੇ ਗੁਰੂ ਨੂੰ ਮਿਲੇ ਹਨ। ਸੋਠ ਮਹੱਲਾ ਪੰਜਵਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਨੇ ਗੁਰੂ ਨੂੰ ਸਿਮਰਿਆ ਹੈ, ਸਿਮਰਨ ਤੋਂ ਭਾਵ ਹੈ ਯਾਦ ਕਰਨਾ। ਸਿਮਰ ਸਿਮਰ, ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਬਾਣੀ ਦੁਆਰਾ ਪਰਮੇਸ਼ਰ ਨੂੰ ਯਾਦ ਕੀਤਾ ਹੈ। ਪਾਤਸ਼ਾਹ ਕਹਿਣ ਲੱਗੇ, ਸੋ ਉਹਨਾਂ ਨੇ ਆਪਣਾ ਸਾਰਾ ਦੁੱਖ ਹੀ ਖਤਮ ਕਰ ਲਿਆ, ਦੁੱਖ ਰਹਿ ਹੀ ਕੋਈ ਨਹੀਂ ਗਿਆ। ਪਰਮਾਤਮਾ ਦਾ ਨਾਮ ਜਪ ਕੇ ਅਵਸਥਾ ਹੀ ਇਹੋ ਜਿਹੀ ਬਣ ਗਈ, ਜੀਵਨ ਹੀ ਇਹੋ ਜਿਹਾ ਬਣ ਗਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੀ ਅਵਸਥਾ ਬਣ ਗਈ, ਦੁੱਖ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਦੁਖੀ ਨਹੀਂ ਹੋਏ। ਇੰਨੇ ਤਾਕਤਵਰ ਅੰਦਰੋਂ ਪਰਮਾਤਮਾ ਨੇ ਬਣਾ ਦਿੱਤੇ। ਤੇ ਜਿਨ੍ਹਾਂ ਨੇ ਪ੍ਰਤੱਖ ਅਰਦਾਸ ਕੀਤੀ ਨਾ, ਮਹਾਰਾਜ ਜ਼ਿੰਦਗੀ ਦਾ ਹੀ ਦੁੱਖ ਕੱਟ ਦਿਓ, ਦੁੱਖ ਆਵੇ ਹੀ ਨਾ, ਉਹਨਾਂ ਦੇ ਦੁੱਖ ਵੀ ਗੁਰੂ ਕੱਟ ਦਿੰਦਾ ਹੈ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਜਦੋਂ ਆਪਣੇ ਗੁਰੂ ਨੂੰ ਸਿਮਰਿਆ ਕਹੀਏ, ਯਾਦ ਕੀਤਾ, ਸਗਲਾ ਦੁੱਖ ਮਿਟਾਇਆ। ਸਾਰੇ ਦੁੱਖ ਜਿਹੜੇ ਸਨ ਪਰਿਵਾਰ ਦੇ ਜਾਂ ਸਰੀਰ ਦੇ, ਉਹ ਸਾਰੇ ਮਿਟ ਗਏ, ਖਤਮ ਹੋ ਗਏ ਹਨ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਗੁਰੂ ਦੇ ਬਚਨਾਂ ਦੇ ਨਾਲ ਤਾਪ ਚਲੇ ਗਏ, ਆਦਿ ਵਿਆਧੀ ਤੇ ਉਪਾਧੀ, ਇਹ ਤਿੰਨ ਤਰ੍ਹਾਂ ਦੇ ਤਾਪ ਨੇ, ਇਹ ਵੀ ਚਲੇ ਗਏ। ਜਿੰਨੇ ਰੋਗ ਨੇ ਉਹ ਸਾਰੇ ਰੋਗ ਵੀ ਖਤਮ ਹੋ ਗਿਆ, ਰੋਗ ਵੀ ਕੋਈ ਨਹੀਂ ਰਹਿ ਗਿਆ। ਗਏ ਤਾਪ ਰੋਗ ਗਏ ਗੁਰ ਬਚਨੀ, ਗੁਰੂ ਦੇ ਬਚਨਾਂ ਦੇ ਨਾਲ, ਬਚਨਾ ਕਹੀਏ ਬਖਸ਼ਿਸ਼ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ ਇਹ ਤਾਪ ਤੇ ਰੋਗ ਚਲੇ ਗਏ। ਮਨ ਇੱਛੇ ਫਲ ਪਾਇਆ। ਮਨ ਇੱਛਤ ਫਲ ਜਿਹੜੇ ਨੇ ਉਹ ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ, ਗੁਰੂ ਬਚਨਾਂ ਨਾਲ ਜੋ ਮਨ ਚਾਹੁੰਦਾ ਹੈ ਉਹ ਫਲ ਪ੍ਰਾਪਤ ਹੋ ਜਾਂਦੇ ਹਨ। ਮੇਰਾ ਗੁਰ ਪੂਰਾ ਸੁਖ ਦਾਤਾ। ਗੁਰੂ ਪਾਤਸ਼ਾਹ ਕਹਿਣ ਲੱਗੇ, ਸਾਡੇ ਗੁਰੂ ਗਰੀਬ ਨਵਾਜ ਮਹਾਰਾਜ ਜੀ ਪੂਰਨ ਨੇ ਅਤੇ ਸਾਰਿਆਂ ਸੁੱਖਾਂ ਨੂੰ ਦੇਣ ਵਾਲੇ। ਜਿਹੜਾ ਵੀ ਸੁਖ ਦਿੰਦੇ ਪੂਰੇ ਦਾ ਪੂਰਾ ਹੀ ਸੁਖ ਦੇ ਦਿੰਦੇ, ਜਿਹੜੀ ਵਡਿਆਈ ਦਿੰਦੇ ਪੂਰੇ ਦੀ ਪੂਰੀ ਵਡਿਆਈ ਦੇ ਦਿੰਦੇ, ਜਿਹੜਾ ਫਲ ਦਿੰਦੇ ਪੂਰੇ ਦਾ ਪੂਰਾ ਫਲ ਦੇ ਦਿੰਦੇ। ਐਸੇ ਗੁਰੂ ਪਾਤਸ਼ਾਹ ਸੁਖ ਦੇਣ ਵਾਲੇ, ਐਸੀਆਂ ਬਖਸ਼ਿਆਂ ਕਰਨ ਵਾਲੇ। ਗੁਰਮੁਖੋ ਕਲਯੁਗ ਦੇ ਵਿੱਚ ਆਪ ਮੁਕਤ ਹੋਣਾ ਬੜਾ ਔਖਾ ਹੈ। ਤੇ ਭਾਈ ਮੰਝ ਨੇ ਸੇਵਾ ਕੀਤੀ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਦੀ। ਮਹਾਰਾਜ ਕਹਿਣ ਲੱਗੇ, ਭਾਈ ਮੰਝ ਤੂੰ ਤੇ ਪੁਲ ਬਣ ਗਿਆ, ਤੂੰ ਤੇ ਜਹਾਜ਼ ਬਣ ਗਿਆ ਦੁਨੀਆ ਨੂੰ ਪਾਰ ਕਰਨ ਵਾਲਾ। ਸੋ ਤੂੰ ਆਪ ਤੇ ਮੁਕਤ ਹੋ ਗਿਆ, ਤੇਰੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਜਾਣਗੇ। ਐਸਾ ਗੁਰੂ ਜਦੋਂ ਦਾਤ ਦਿੰਦਾ, ਐਸੀ ਵੱਡੀ ਦਾਤ ਦਿੰਦਾ ਹੈ। ਲੈਣ ਤੇ ਆਪਣੀ ਮੁਕਤੀ ਆਇਆ। ਮਹਾਰਾਜ ਨੇ ਆਖਿਆ, ਤੂੰ ਤੇ ਮੁਕਤ ਹੋ ਗਿਆ ਸਿੱਖਾ, ਪਰ ਤੇਰੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਜਾਣਗੇ। ਐਸੀਆਂ ਦਾਤਾਂ ਨਾਲ ਗੁਰੂ ਨਵਾਜ ਦਿੰਦਾ। ਮੇਰਾ ਗੁਰ ਪੂਰਾ ਸੁਖ ਦਾਤਾ। ਗੁਰੂ ਇਹੋ ਜਿਹੇ ਪੂਰਨ ਨੇ ਜਿਹੜੇ ਸੁਖ ਦਿੰਦੇ, ਦਾਤਾਂ ਵੀ ਇਹੋ ਜਿਹੀਆਂ ਪੂਰੀਆਂ ਦਿੰਦੇ, ਸਿੱਖ ਨੂੰ ਸਮਰੱਥ ਬਣਾ ਦਿੰਦੇ ਹਨ। ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਪਰਮਾਤਮਾ ਸਾਰੇ ਕਰਨ ਕਾਰਨ ਨੂੰ ਕਰਨ ਵਿੱਚ ਸਮਰੱਥ ਹੈ। ਸੋ ਕਾਰਨ ਨਾਮ ਸੰਸਾਰ ਦਾ, ਸੰਸਾਰ ਨੂੰ ਬਣਾਉਣ ਦੇ ਸਮਰੱਥ ਹੈ ਪਰਮਾਤਮਾ। ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਉਹ ਸਾਰਿਆਂ ਥਾਵਾਂ ਤੇ ਪਰਿਪੂਰਨ ਹੈ, ਫਿਰ ਉਹ ਫਲ ਬਰਦਾਤਾ ਹੈ, ਸਾਰੇ ਸੁੱਖਾਂ ਨੂੰ ਸਾਰੇ ਫਲਾਂ ਨੂੰ ਦੇਣ ਵਾਲਾ ਹੈ। ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭੈ ਦਿਆਲਾ। ਇਹਨਾਂ ਦੇ ਉੱਪਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਿਆਲੂ ਹੋਏ ਨੇ, ਉਹਨਾਂ ਨੇ ਆਨੰਦ ਦੀ ਪ੍ਰਾਪਤੀ ਕੀਤੀ ਹੈ। ਵਿਨੋਦ ਆਨੰਦਦਾਇਕ ਜਿਹੜੇ ਕੌਤਕ ਨੇ ਉਹਨਾਂ ਦੀ ਪ੍ਰਾਪਤੀ ਕਰ ਲਈ। ਆਪਣੇ ਆਪ ਹੀ ਆਨੰਦ ਦਾ ਜਿਹੜਾ ਹੈ ਪ੍ਰੋਗਰਾਮ ਬਣ ਜਾਂਦਾ ਹੈ। ਆਨੰਦ ਦੇਣ ਵਾਲੇ ਕਾਰਜ ਆਪੇ ਹੀ ਬਣਦੇ ਰਹਿੰਦੇ ਉਹਨਾਂ ਗੁਰਮੁਖਾਂ ਦੇ। ਆਨੰਦ ਵਿਨੋਦ, ਆਨੰਦ ਰੂਪੀ ਜਿਹੜੇ ਵਿਨੋਦ ਕੌਤਕ ਨੇ ਪ੍ਰਾਪਤ ਹੋਏ।
ਮੰਗਲ ਕਈਏ ਖੁਸ਼ੀਆਂ ਪ੍ਰਾਪਤ ਹੋਈਆਂ। ਗੁਣ ਗਾਵੋ, ਜਿਨ੍ਹਾਂ ਨੇ ਗੁਣ ਗਾਏ ਨੇ ਉਹਨਾਂ ਦੇ ਉੱਪਰ ਗੁਰੂ ਨਾਨਕ ਦੇ ਪਾਤਸ਼ਾਹ ਐਸੇ ਦਿਆਲੂ ਹੋਏ ਹਨ। ਜੈ ਜੈਕਾਰ ਭੈ ਜਗ ਭੀਤਰ, ਹੋਆ ਪਾਰ ਬ੍ਰਹਮ ਰਖਵਾਲਾ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਦੇ ਉੱਪਰ ਪਾਰ ਬ੍ਰਹਮ ਪਰਮੇਸ਼ਰ ਰਖਵਾਲਾ ਬਣ ਜਾਵੇ, ਰੱਖਿਆ ਕਰਨ ਵਾਲਾ ਬਣ ਜਾਵੇ, ਉਹਨਾਂ ਦੀ ਇਸ ਲੋਕ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਹੈ, ਪਰਲੋਕ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਹੈ। ਜੈ ਜੈਕਾਰ ਭੈ ਜਗ ਭੀਤਰ, ਇਸ ਸੰਸਾਰ ਦੇ ਭੀਤਰ ਕਹੀਏ ਵਿੱਚ ਵੀ ਜੈ ਜੈਕਾਰ ਰਹਿੰਦਿਆਂ ਹੋਈ ਜਦੋਂ ਸੰਸਾਰ ਨੂੰ ਛੱਡ ਕੇ ਪਰਲੋਕ ਨੂੰ ਗਏ ਉੱਥੇ ਵੀ ਜੈ ਜੈਕਾਰ ਹੋਈ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਭਾਈ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਪਾਰ ਬ੍ਰਹਮ ਪਰਮਾਤਮਾ ਸਾਡੀ ਰੱਖਿਆ ਕਰਦਾ ਹੈ। ਲੋਕ ਪਰਲੋਕ ਦੇ ਵਿੱਚ ਇੱਥੇ ਤੇ ਉੱਥੇ ਸਾਡੀ ਜੈ ਜੈਕਾਰ ਕਰਵਾਈ ਹੈ, ਸਾਡੇ ਸਿੱਖਾਂ ਦੀ ਜੈ ਜੈਕਾਰ ਹੋਈ ਹੈ। ਇਹ ਗੁਰੂ ਨੇ ਰਹਿਮਤ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸੇ ਮੇਲ।